श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यावो हृदय त्यावो। श्री गुरु रामदास गुण गावो श्री अर्जन विघ्नन के नाशक विघ्नन के नाशक हरि गोविंद शुभ सुमत प्रकाशक। श्री हर राय नमो कर जोरी नमो कर जोरी गुर हर कृष्ण मनाए बहोरी। तेग बहादुर परम कृपाला जी परम कृपाला श्री गुरु गोबिंद सिंह विसाला। तरों तरा पर पुन पुन सीसा पुन पुन सीसा बंदों बार बार जगदीशा। जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग। एक अंकारा सतगुरु ते प्रसाद सत होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। बंद मान आपन कर आपू सह जीव जग में बहुत आपू। जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां पर रहे अत सत्कार युक्त सत्संगी जनों दोवें हाथ जोड़ के फतेह प्रवान करो। आखो जी वाहिगुरु जी का खालसा वाहिगुरु जी की फतेह। सतगुरां जी की अपार बख्शिश दे सदका सानू इस सुभाग समा प्राप्त होया जिथे रोजाना की तरह असीं सतगुरां जी की अमृतमय बाणी का रस पिंडा कीर्तन सरवण करके हटे हाँ। उस तो उपरंत चल रही लड़ीवार कथा के तहत आप जियां दे नाल विचारा करन दा समा प्राप्त होया है। चल रही लड़ीवार कथा के प्रसंग दे विचों असीं पिछले दीवाना के अंदर इत्थों तक विचारा सरवण कर चुके हाँ कि भाई मनसुख जी अते भाई भगीरथ जी लाहौर की धरती के उत्तों चल के सारा समान रसद इकट्ठी करके सुल्तानपुर की धरती के उत्ते धन गुरु नानक साहिब जी महाराज जी की शरण दे विच पहुँचते हैं। ते आके भाई मनसुख जी की जो मन की इच्छा सी उसे अनुसार हुंदा है। ते धन गुरु नानक साहिब जी महाराज भाई मनसुख नूं देख के अपने श्री कंठ तो वचन उच्चारण करते हैं ते आखदे ने कि इस प्राणी का नाम मनसुख सी। पहला इसका नाम कच्चा सी, भाव जिस तरीके का इन्हें नाम रखिया होया सी उस दे मुताबिक इनू अज तक मन का सुख प्राप्त नहीं होया। ये चल के निमरता भावना धारण करके चल के आया है। अज तो इस दे मन दे विच जिथे सुख का टिका होवेगा ते नाल ही नाल इस दा मन जिहड़ा है सुखा नाल भर जाएगा ते इहदा नाम भी जिहड़ा है वो सच्चा हो जाएगा। ते इसे तरह भाई मनसुख जी
ਤੇ ਭਾਈ ਭਗੀਰਥ ਜੀ ਜਿਹੜੀ ਰਸਦ ਲੈ ਕੇ ਵਿਆਹ ਦੀ ਸਮੱਗਰੀ ਸਾਰੀ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਪਹੁੰਚਦੇ ਨੇ। ਤੇ ਭਾਈ ਮਰਦਾਨਾ ਜੀ ਜਦੋਂ ਸਾਰੀ ਰਸਦ ਦੇਖਦੇ ਨੇ ਬਹੁਤ ਹੀ ਪ੍ਰਸੰਨ ਹੁੰਦੇ ਨੇ ਤੇ ਸਾਰੀ ਰਸਦ ਬਸਦ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਡੰਡੌਤ ਕਰਦਿਆਂ, ਨਮਸਕਾਰਾਂ ਕਰਦਿਆਂ, ਵੰਦਨਾ ਕਰਦਿਆਂ ਹੋਇਆਂ ਵਾਪਸ ਤਲਵੰਡੀ ਨਗਰ ਨੂੰ ਚਾਲੇ ਪਾ ਦਿੰਦੇ ਨੇ। ਤੇ ਤਲਵੰਡੀ ਨਗਰ ਦੇ ਵਿੱਚ ਆ ਕੇ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਸ ਗਾਉਂਦੇ ਨੇ, ਵਡਿਆਈ ਕਰਦੇ ਨੇ, ਪਾਤਸ਼ਾਹ ਜੀ ਦੀ ਸਿਫਤ ਸਲਾਹ ਕਰਦੇ ਨੇ ਤੇ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਰਾਬਰ ਦਾ ਦੁਨੀਆ ਦੇ ਉੱਤੇ ਹੋਰ ਕੋਈ ਵੀ ਦਾਨੀ ਨਹੀਂ। ਤੇ ਫਿਰ ਭਾਈ ਮਨਸੁਖ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹਿੰਦੇ ਨੇ ਤੇ ਕੁਝ ਕੁ ਬਚਨ ਵਿਲਾਸ ਕਰਦੇ ਨੇ ਤੇ ਆਖਦੇ ਨੇ ਕਿ ਮੈਨੂੰ ਇਹ ਮਾਇਕ ਪਦਾਰਥਾਂ ਨੇ, ਇਹ ਜਗਤ ਦੇ ਬੰਧਨਾਂ ਨੇ ਆਪਣੇ ਵਿੱਚ ਜਕੜਿਆ ਹੋਇਆ। ਪਾਤਸ਼ਾਹ ਜੀ ਕਿਰਪਾ ਕਰੋ, ਦਿਆਲੂ ਪ੍ਰਭੂ ਜੀ ਸਾਡੇ ਤੇ ਦਇਆ ਕਰੋ, ਤਰਸ ਕਰੋ, ਸਾਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰਨਾ ਕਰੋ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਭਾਈ ਮਨਸੁਖ ਜੀ ਦੇ ਨਾਲ ਬਚਨ ਵਿਲਾਸ ਕਰਦੇ ਨੇ ਤੇ ਭਾਈ ਮਨਸੁਖ ਜੀ ਨੂੰ ਉਪਦੇਸ਼ ਸਰਵਣ ਕਰਾਉਂਦੇ ਨੇ। ਇਹ ਵਿਚਾਰਾਂ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰੇ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਦੋਵੇਂ ਹੱਥ ਜੋੜ ਕੇ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਬੰਦ ਮਾਨ ਆਪਨ ਕਰ ਆਪੂ, ਸਹਿ ਜੀਵ ਜਗ ਮੈਂ ਬਹੁਤ ਆਪੂ। ਤੇ ਭਾਈ ਮਨਸੁਖ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਸਵਾਲ ਪੁੱਛੇ ਸਨ, ਵਚਨ ਕੀਤੇ ਸਨ ਕਿ ਮੈਨੂੰ ਇਹਨਾਂ ਜਗਤ ਦੇ ਬੰਧਨਾਂ ਤੋਂ ਮੁਕਤ ਕਰੋ, ਆਜ਼ਾਦ ਕਰੋ। ਤੇ ਪਾਤਸ਼ਾਹ ਜੀ ਨੇ ਭਾਈ ਮਨਸੁਖ ਜੀ ਨੂੰ ਆਖਿਆ ਸੀ ਕਿ ਇਹ ਜਗਤ ਦੇ ਜਿੰਨੇ ਵੀ ਜੀਵ ਨੇ ਨਾ, ਜ਼ਿਆਦਾਤਰ ਜਿਹੜੇ ਵੀ ਜਗਤ ਦੇ ਬੰਧਨਾਂ ਦੇ ਵਿੱਚ ਜਕੜੇ ਹੋਏ ਨੇ, ਜਿਨ੍ਹਾਂ ਨੂੰ ਮਾਇਕ ਪਦਾਰਥਾਂ ਨੇ, ਮਾਇਆ ਦੇ ਜਾਲ ਨੇ ਆਪਣੇ ਵਿੱਚ ਫਸਾਇਆ ਹੋਇਆ, ਪਾਤਸ਼ਾਹ ਜੀ ਆਖਦੇ ਨੇ ਕਿ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹਨਾਂ ਮਨੁੱਖਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਵਿੱਚ ਹਉਮੈ ਜ਼ਿਆਦਾ ਹੈ, ਹੰਕਾਰ ਹੈ। ਤੇ ਇਸੇ ਗੱਲ ਕਰਕੇ ਹਰ ਗੱਲ ਦੇ ਉੱਤੇ ਉਹ ਮੈਂ ਮੇਰੀ ਦੀ ਭਾਵਨਾ ਲੈ ਕੇ ਬੈਠ ਜਾਂਦੇ ਨੇ। ਕਦੇ ਆਖਦੇ ਨੇ ਕਿ ਮੇਰੇ ਧੀਆਂ ਪੁੱਤਰ ਵਰਗਾ ਕੋਈ ਸੰਸਾਰ ਦੇ ਉੱਤੇ ਕਿਸੇ ਦਾ ਪੁੱਤਰ ਹੀ ਨਹੀਂ, ਕਿਸੇ ਦੀ ਔਲਾਦ ਨਹੀਂ। ਜਿਹੋ ਜਿਹਾ ਘਰ-ਬਾਰ ਮੇਰਾ ਹੈ, ਇਹੋ ਜਿਹਾ ਘਰ-ਬਾਰ ਕਿਸੇ ਦਾ ਹੈ ਹੀ ਨਹੀਂ। ਜਿਹੋ ਜੀ ਮੇਰੀ ਪਰਸਨੈਲਿਟੀ ਹੈ, ਜਿਹੋ ਜਿਹਾ ਖਾਣ ਪੀਣ ਮੇਰਾ ਹੈ, ਜਿਹੋ ਜਿਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਉਣ ਦਾ ਮੇਰਾ ਢੰਗ ਹੈ, ਇਸ ਦੇ ਬਰਾਬਰ ਦਾ ਹੋਰ ਕੋਈ ਨਹੀਂ। ਪਾਤਸ਼ਾਹ ਜੀ ਆਖਦੇ ਨੇ ਕਿ ਹਰ ਥਾਂ ਦੇ ਉੱਤੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਮੇਰੀ ਦੀ ਭਾਵਨਾ ਲੈ ਕੇ ਵਿਚਰਦਾ ਹੈ, ਜਿਸ ਕਰਕੇ ਉਹ ਇਹਨਾਂ ਮਾਇਕ ਪਦਾਰਥਾਂ ਦੇ ਬੰਧਨਾਂ ਦੇ ਵਿੱਚ ਬੰਨਿਆ ਰਹਿੰਦਾ ਤੇ ਉਹਦੇ ਵਿਸ਼ੇ ਵਿਕਾਰ, ਉਹਦੀਆਂ ਵਾਸ਼ਨਾਵਾਂ ਕਦੇ ਵੀ ਕਾਬੂ ਵਿੱਚ ਨਹੀਂ ਆਉਂਦੀਆਂ। ਉਹਦੀ ਤ੍ਰਿਸ਼ਨਾ ਦਿਨੋਂ ਦਿਨ ਵੱਧਦੀ ਜਾਂਦੀ, ਮਨ ਦੇ ਵਿੱਚ ਲਾਲਚ ਵੱਧਦਾ ਜਾਂਦਾ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਨੇ ਬੰਧ ਮਾਨ ਆਪਨ ਕਰ ਆਪੂ, ਕਿ ਜੀਵ ਨੇ ਜਗਤ ਦੇ ਇਹਨਾਂ ਬੰਧਨਾਂ ਦੇ ਵਿੱਚ ਆਪਣੇ ਆਪ ਨੂੰ ਆਪ ਬੰਨਿਆ ਹੋਇਆ ਹੈ। ਭਾਈ ਸਹਿ ਜੀਵ ਜਗ ਮੈਂ ਬਹੁਤ ਆਪੂ। ਤੇ ਇਸੇ ਕਰਕੇ ਇਹਨਾਂ ਮਾਇਕ ਪਦਾਰਥਾਂ ਦੇ ਬੰਧਨਾਂ ਦੇ ਵਿੱਚ ਜੀਵ ਕਸ਼ਟ ਝੱਲਦਾ ਹੈ। ਗੁਰ ਬਹੀਨ ਮਨ ਬਿਨਾ ਵਿਚਾਰੇ, ਜਨਮ ਮਰਨ ਪਾਵੇ ਦੁਖ ਭਾਰੇ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਗੁਰੂ ਦੀ ਸਿੱਖਿਆ ਜਦੋਂ ਤੱਕ ਮਨੁੱਖ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕਰਦਾ ਨਾ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨ ਕੇ ਉਸ ਦੇ ਉੱਤੇ ਪਹਿਰਾ ਨਹੀਂ ਦਿੰਦਾ, ਭਾਵ ਆਪਣੇ ਜੀਵਨ ਦੇ ਵਿੱਚ ਉਹ ਨਿਯਮ ਲਾਗੂ ਨਹੀਂ ਕਰਦਾ, ਉਹ ਮਰਿਆਦਾ ਲਾਗੂ ਨਹੀਂ ਕਰਦਾ, ਤੇ ਪਾਤਸ਼ਾਹ ਜੀ ਆਖਦੇ ਨੇ ਕਿ ਉਦੋਂ ਤੱਕ ਜੀਵ ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਜਨਮ ਮਰਨ ਦੇ ਗੇੜ ਦੇ ਵਿੱਚ ਪੈ ਕੇ ਬੜੇ ਹੀ ਦੁੱਖ ਚੱਲਦਾ ਹੈ। ਜਦੋਂ ਅਸੀਂ ਗੁਰਬਾਣੀ ਦੇ ਪੱਖ ਤੋਂ ਇਹ ਜਨਮ ਮਰਨ ਦੇ ਗੇੜ ਨੂੰ ਸਮਝਣ ਦਾ ਯਤਨ ਕਰਾਂਗੇ ਨਾ, ਤਾਂ ਗੁਰਬਾਣੀ ਦੇ ਅਨੁਸਾਰ ਜੀਵ ਦੀ, ਮਨੁੱਖ ਦੀ 3 ਤਰ੍ਹਾਂ ਦੀ ਮੌਤ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਗਿਆ। ਪਹਿਲੀ ਤਾਂ ਉਹ ਜਿਵੇਂ ਕੋਈ ਵੀ ਚੀਜ਼ ਇਸ ਸੰਸਾਰ ਦੇ ਉੱਤੇ ਪੈਦਾ ਹੁੰਦੀ, ਕੋਈ ਮਨੁੱਖ ਜਨਮ ਲੈਂਦਾ ਤੇ ਉਸ ਮਨੁੱਖ ਦਾ ਇੱਕ ਨਾ ਇੱਕ ਦਿਨ ਮਰਨ ਹੁੰਦਾ ਹੈ। ਤੇ ਉਸ ਦੇ ਪਰਥਾਏ ਪਾਤਸ਼ਾਹ ਜੀ ਆਖਦੇ ਨੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਭਾਵ ਜਿਹੜੀ ਚੀਜ਼ ਇੱਕ ਦਿਨ ਪੈਦਾ ਹੋ ਗਈ ਉਹਨੇ ਭਲਕੇ ਨੂੰ ਇਸ ਸੰਸਾਰ ਦੇ ਉੱਤੋਂ ਚਲੇ ਜਾਣਾ। ਇੱਕ ਤਾਂ ਸਰੀਰਕ ਮੌਤ ਦਾ ਜ਼ਿਕਰ ਕੀਤਾ ਗਿਆ ਭਾਈ, ਜਿਹੜੀ ਚੀਜ਼ ਪੈਦਾ ਹੋਈ, ਜਿਹੜੀ ਚੀਜ਼ ਜਨਮੀ ਹੈ, ਉਹਨੇ ਇੱਕ ਨਾ ਇੱਕ ਦਿਨ ਮਰਨਾ ਹੈ।
ਤੇ ਦੂਜੀ ਮੌਤ ਪਾਤਸ਼ਾਹ ਜੀ ਨੇ ਇਹ ਵੀ ਮਨੁੱਖ ਦੇ ਜ਼ਮੀਰ ਦੀ ਗੱਲ ਕੀਤੀ, ਮਨੁੱਖ ਦੀ ਆਤਮਾ ਦੀ ਗੱਲ ਕੀਤੀ ਕਿ ਮਨੁੱਖ ਆਪਣੀ ਆਤਮਾ ਕਰਕੇ, ਜ਼ਮੀਰ ਕਰਕੇ ਬਹੁਤ ਜੰਮਦਾ ਤੇ ਮਰਦਾ ਹੈ। ਤੇ ਪਾਤਸ਼ਾਹ ਜੀ ਨੇ ਉਸ ਦੇ ਪਰਥਾਏ ਵੀ ਬਚਨ ਉਚਾਰਨ ਕੀਤੇ ਨੇ। ਅਸੀਂ ਰੋਜ਼ਾਨਾ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਜਦੋਂ ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਹਾਂ ਤਾਂ ਬਚਨ ਪਾਤਸ਼ਾਹ ਜੀ ਦੇ ਪੜ੍ਹਦੇ ਹਾਂ, ਆਖਾ ਜੀਵਾ ਵਿਸਰੈ ਮਰ ਜਾਓ, ਕਿ ਜਦੋਂ ਤੱਕ ਮੈਂ ਗੁਰੂ ਦੀ ਸਿਫਤ ਸਲਾਹ ਕਰਦਾ, ਭਾਵ ਆਪਣੇ ਜੀਵਨ ਦੇ ਵਿੱਚ ਚੰਗੇ ਕੰਮ ਕਰਦਾ, ਇਮਾਨਦਾਰੀ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਦਾ, ਚੰਗਿਆਈ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਦਾ, ਤਾਂ ਪਾਤਸ਼ਾਹ ਜੀ ਆਖਦੇ ਨੇ ਕਿ ਉਦੋਂ ਤੱਕ ਤਾਂ ਜੀਵ ਜਿਉਂਦਾ ਰਹਿੰਦਾ ਹੈ। ਤੇ ਜਦੋਂ ਉਹ ਆਪਣੇ ਜੀਵਨ ਦੇ ਵਿੱਚ ਚੰਗੇ ਪੱਖ ਨੂੰ ਤਿਆਗ ਦਿੰਦਾ, ਭੈੜੀਆਂ ਆਦਤਾਂ ਧਾਰਨ ਕਰ ਲੈਂਦਾ, ਬੁਰਿਆਈ ਵਾਲੇ ਪੱਖ ਨੂੰ ਆਪਣੇ ਜੀਵਨ ਦੇ ਅੰਦਰ ਸ਼ਾਮਲ ਕਰ ਲੈਂਦਾ, ਤਾਂ ਪਾਤਸ਼ਾਹ ਜੀ ਆਖਦੇ ਨੇ ਕਿ ਉਦੋਂ ਮਨੁੱਖ ਆਤਮਿਕ ਤੌਰ ਦੇ ਉੱਤੇ ਮਰ ਜਾਂਦਾ ਤੇ ਇਸੇ ਤਰ੍ਹਾਂ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ। ਇਹ ਦੋ ਮੌਤਾਂ ਦਾ ਜ਼ਿਕਰ ਹੋ ਗਿਆ। ਤੀਜੀ ਮੌਤ ਇਹ ਹੈ ਕਿ ਆਪਣੇ ਆਪ ਨੂੰ ਵਿਸ਼ੇ ਵਿਕਾਰਾਂ ਦੇ ਵੱਲੋਂ ਮਾਰ ਲੈਣਾ, ਕਾਮ ਵਾਸ਼ਨਾ ਦੇ ਵੱਲੋਂ ਆਪਣੇ ਮਨ ਨੂੰ ਮਾਰ ਲੈਣਾ। ਤੇ ਇਸ ਦੇ ਪਰਥਾਏ ਵੀ ਫਿਰ ਪਾਤਸ਼ਾਹ ਜੀ ਆਖਦੇ ਨੇ, ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ ਨੇ, ਹੋ ਪੁੱਛੋ ਸਤਿਗੁਰ ਆਪਣਾ ਦਾਤਾ, ਵੀ ਕਿੰਨ ਵਿਦਿ ਤਰ ਤਰੀਏ ਰਾਮ, ਕਿ ਮੈਂ ਆਪਣੇ ਸੁੱਖਾਂ ਦੇ ਦਾਤੇ, ਜਿਹੜਾ ਪ੍ਰਭੂ, ਜਿਹੜਾ ਗੁਰੂ ਸਾਨੂੰ ਦਾਤਾਂ ਦਿੰਦਾ ਹੈ ਨਾ, ਦਾਤਾਂ ਦੇ ਭੰਡਾਰੇ ਬਖਸ਼ਿਸ਼ ਕਰਦਾ। ਤੇ ਜਦੋਂ ਉਸ ਗੁਰੂ ਨੂੰ ਪੁੱਛਿਆ ਵੀ ਹੇ ਪਾਤਸ਼ਾਹ ਜੀ ਤੁਸੀਂ ਦੱਸੋ ਵੀ ਇਸ ਸੰਸਾਰ ਸਾਗਰ ਨੂੰ ਪਾਰ ਕਿਵੇਂ ਕੀਤਾ ਜਾ ਸਕਦਾ, ਤਾਂ ਫਿਰ ਗੁਰੂ ਸਾਹਿਬ ਜੀ ਨੇ ਉਸ ਪ੍ਰਸ਼ਨ ਦਾ ਜਵਾਬ ਦਿੱਤਾ ਵੀ ਭਾਈ, ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਦੇ ਵੱਲੋਂ ਜਦੋਂ ਮਾਰ ਲਵੋਗੇ ਨਾ, ਜੀਵਨ ਦੇ ਵਿੱਚ ਸਬਰ ਸੰਤੋਖ ਧਾਰਨ ਕਰੋਗੇ ਤੇ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰੋਗੇ, ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਸਿਮਰਨ ਬੰਦਗੀ ਕਰੋਗੇ, ਤਾਂ ਇਸ ਤਰੀਕੇ ਦੇ ਨਾਲ ਵੀ ਤੁਸੀਂ ਆਪਣੇ ਮਨ ਨੂੰ ਵਿਕਾਰਾਂ ਦੇ ਵੱਲੋਂ ਮਾਰ ਕੇ ਜਿਉਂਦੇ ਰਹਿ ਸਕਦੇ ਹੋ। ਜਿਉਂਦੇ ਜੀਵੀ ਮਨੁੱਖ ਆਪਣੇ ਜੀਵਨ ਦੇ ਵਿੱਚ ਵੱਖ-ਵੱਖ ਵਿਕਾਰ ਭੋਗਦਾ ਹੋਇਆ ਜਨਮਦਾ ਤੇ ਮਰਦਾ ਹੈ। ਇਸੇ ਕਰਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਨਸੁਖ ਜੀ ਨੂੰ ਸਿੱਖਿਆ ਦਿੰਦੇ ਹੋਏ ਸਮਝਾਉਣਾ ਕਰਦੇ ਨੇ ਕਿ ਹੇ ਭਾਈ, ਆਪਣੇ ਜੀਵਨ ਦੇ ਵਿੱਚ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਧਾਰਨ ਨਹੀਂ ਕੀਤੀ, ਗੁਰੂ ਦੇ ਬਚਨਾਂ ਨੂੰ ਕਮਾਇਆ ਨਹੀਂ, ਚੇਤੇ ਰੱਖਣਾ ਉਹ ਮਨੁੱਖ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ। ਇਸੇ ਕਰਕੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜਪਜੀ ਸਾਹਿਬ ਜੀ ਦਾ ਪਾਠ ਵੀ ਰੋਜ਼ਾਨਾ ਨਿਤਨੇਮ ਦੇ ਰੂਪ ਦੇ ਵਿੱਚ ਕਰਦੇ ਹਾਂ। ਜਦੋਂ ਅਸੀਂ ਉਸ ਪਾਠ ਦੇ ਕੇਵਲ ਦਰਸ਼ਨ ਹੀ ਕਰੀਏ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਸ ਤਰੀਕੇ ਦੇ ਨਾਲ ਆਪਣੀ ਕਲਮ ਦੇ ਨਾਲ ਉਹ ਬਾਣੀ ਅੰਕਿਤ ਕੀਤੀ, ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਲਿਖਣ ਸ਼ੈਲੀ ਹੀ ਦੇਖ ਲਈਏ ਤਾਂ ਸਾਨੂੰ ਸੁਭਾਵਿਕ ਹੀ ਸਮਝ ਆ ਜਾਵੇਗਾ। ਸਭ ਤੋਂ ਪਹਿਲਾਂ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ 4 ਪੌੜੀਆਂ ਸੁਣਿਆਂ ਦੀਆਂ, ਵੀ ਭਾਵ ਮਨੁੱਖ ਨੂੰ, ਸਿੱਖ ਨੂੰ ਸਭ ਤੋਂ ਪਹਿਲਾਂ ਗੁਰੂ ਦੇ ਗਿਆਨ ਨੂੰ ਸੁਣਨਾ ਚਾਹੀਦਾ ਹੈ। ਤੇ ਸੁਣਨ ਤੋਂ ਬਾਅਦ ਫਿਰ ਪਾਤਸ਼ਾਹ ਜੀ ਨੇ ਪੌੜੀਆਂ ਉਚਾਰਨ ਕੀਤੀਆਂ ਮੰਨਣ ਦੇ ਬਾਬਤ, ਵੀ ਜਦੋਂ ਮਨੁੱਖ ਉਹ ਸੁਣੀ ਹੋਈ ਗੱਲ ਨੂੰ ਮੰਨ ਲੈਂਦਾ ਹੈ ਤੇ ਮੰਨਣ ਤੋਂ ਬਾਅਦ ਫਿਰ ਜਦੋਂ ਉਸ ਗੱਲ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ, ਉਹਨਾਂ ਵਚਨਾਂ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦਾ, ਤਾਂ ਫਿਰ ਪਾਤਸ਼ਾਹ ਜੀ ਆਖਦੇ ਨੇ ਕਿ ਉਹ ਮਨੁੱਖ ਪ੍ਰਵਾਨ ਹੋ ਜਾਂਦਾ, ਉਹ ਮਨੁੱਖ ਸ੍ਰੇਸ਼ਟ ਹੋ ਜਾਂਦਾ, ਉਸ ਦੀ ਬੁੱਧੀ ਦਾ ਵਿਕਾਸ ਹੋ ਜਾਂਦਾ, ਉਸ ਦੇ ਕਿਰਦਾਰ ਦੀ ਘਾੜਤ ਘੜੀ ਜਾਂਦੀ, ਉਸ ਦਾ ਜੀਵਨ ਸਚਿਆਰਾ ਹੋ ਜਾਂਦਾ, ਜਦੋਂ ਮਨੁੱਖ ਫਿਰ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣਾ ਸਵੀਕਾਰ ਕਰ ਲੈਂਦਾ। ਭਾਵ ਜੋ ਕੁਝ ਵੀ ਮਨੁੱਖ ਨੂੰ ਮਿਲਿਆ ਹੈ ਉਸ ਦੇ ਵਿੱਚ ਸ਼ੁਕਰਾਨੇ ਦੇ ਨਾਲ ਆਪਣਾ ਜੀਵਨ ਨਿਰਵਾਹ ਕਰੇ ਤਾਂ ਮਨੁੱਖ ਦਾ ਜੀਵਨ ਸਚਿਆਰਾ ਹੋ ਜਾਂਦਾ। ਭਾਈ ਮਨਸੁਖ ਜੀ ਨੂੰ ਸਮਝਾਉਣਾ ਕਰਦੇ ਨੇ ਕਿ ਹੇ ਭਾਈ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੋ। ਇਹ ਜਿਹੜੇ ਜਗਤ ਦੇ ਬੰਧਨਾਂ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਜਕੜਿਆ ਹੋਇਆ, ਹੋਰ ਮਾਇਕ ਪਦਾਰਥਾਂ ਦੇ ਨਾਲ ਤੁਸੀਂ ਪਿਆਰ ਪਾਇਆ ਹੋਇਆ, ਇਹ ਚੀਜ਼ਾਂ ਦੇ ਵੱਲੋਂ ਆਪਣੇ ਆਪ ਨੂੰ ਮੁਕਤ ਕਰਕੇ ਤੇ ਫਿਰ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੋ। ਗੁਰੂ ਦੀ ਸਿੱਖਿਆ ਧਾਰਨ ਕੀਤੇ ਬਗੈਰ ਹੀ ਮਨੁੱਖ ਜਨਮ ਮਰਨ ਦੇ ਗੇੜ ਦੇ ਵਿੱਚ ਪੈਂਦਾ ਹੈ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਨੇ ਕਿ ਮਨੁੱਖ ਫਿਰ ਆਤਮਿਕ ਤੌਰ ਦੇ ਉੱਤੇ ਬੜੇ ਹੀ ਦੁੱਖ ਸਹੇੜਦਾ ਹੈ। ਤੇ ਹੁਣ ਦੇਖੋ, ਭਾਈ ਭਗੀਰਥ ਜੀ ਚੱਲ ਕੇ ਲਾਹੌਰ ਦੀ ਧਰਤੀ ਉਹਦੇ ਤੇ ਭਾਈ ਮਨਸੁਖ ਕੋਲ ਜਾਂਦੇ ਨੇ। ਭਾਵ ਤਕੜੇ ਵਪਾਰੀ ਨੇ, ਲਾਹੌਰ ਦੇ ਵਿੱਚ ਚੰਗਾ ਕੰਮਕਾਰ ਹੈ, ਵਪਾਰ ਕਰਦੇ ਨੇ, ਸ਼ਾਹ ਖਵਾਉਂਦੇ ਨੇ, ਨਾਮ ਵੀ ਮਨਸੁਖ ਰੱਖਿਆ। ਹੁਣ ਕੋਲ ਪੈਸਾ ਵੀ ਹੈ, ਚੰਗਾ ਨਾਮ ਵੀ ਚੱਲਦਾ ਲਾਹੌਰ ਦੀ ਧਰਤੀ ਦੇ ਉੱਤੇ ਤੇ ਨਾਮ ਵੀ ਸੋਹਣਾ ਰੱਖਿਆ। ਪਰ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਭਾਈ ਮਨਸੁਖ ਦੇ ਕੋਲ ਮਨ ਦਾ ਸੁੱਖ ਨਹੀਂ, ਮਨ ਬਹੁਤ ਦੁਖੀ ਰਹਿੰਦਾ। ਦੁਨੀਆ ਦੇ ਉੱਤੇ ਸਾਡੇ ਕੋਲ ਧਨ ਪਦਾਰਥ ਹੋਣ,
ਸਾਡੀ ਕਮਾਈ ਵੀ ਵਧੀਆ ਹੋਵੇ ਤੇ ਸਾਡਾ ਨਾਮ ਵੀ ਪੂਰੇ ਜਗਤ ਦੇ ਵਿੱਚ ਚੱਲਦਾ ਹੋਵੇ, ਜਗਤ ਦੇ ਲੋਕ ਸਾਨੂੰ ਰਾਹ ਜਾਂਦੇ ਨੂੰ ਸਲਾਮਾਂ ਕਰਦੇ ਹੋਣ, ਤੇ ਜਦੋਂ ਤੱਕ ਸਾਡੇ ਜੀਵਨ ਦੇ ਵਿੱਚ ਸਾਡੇ ਮਨ ਕਰਕੇ ਸਾਨੂੰ ਟਿਕਾ ਨਹੀਂ, ਸਾਡਾ ਮਨ ਖੁਸ਼ ਨਹੀਂ, ਸਾਡਾ ਮਨ ਸੁਖੀ ਨਹੀਂ, ਇਹ ਸਾਰੇ ਪਦਾਰਥ, ਇਹ ਸਾਰੀ ਸ਼ੋਹਰਤ ਕਿਸੇ ਵੀ ਕੰਮ ਦੀ ਨਹੀਂ। ਭਾਈ ਮਨਸੁਖ ਚੱਲ ਕੇ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਤੇ ਭਾਵ ਗੁਰੂ ਤੋਂ ਬਿਨਾਂ ਹਰੇਕ ਚੀਜ਼ ਅਧੂਰੀ ਹੈ, ਹਰੇਕ ਕੀਤਾ ਹੋਇਆ ਕਾਰਜ ਸਾਡਾ ਅਧੂਰਾ ਹੈ। ਜਦੋਂ ਮਨੁੱਖ ਚੱਲ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਵੇ, ਪਾਤਸ਼ਾਹ ਜੀ ਆਖਦੇ ਨੇ ਫਿਰ ਉਸ ਦਿਨ ਤੋਂ, ਉਸ ਸਮੇਂ ਤੋਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਮਨੁੱਖ ਦਾ ਜੀਵਨ ਫਿਰ ਚੰਗਾ ਬਣਨਾ ਸ਼ੁਰੂ ਹੋ ਜਾਂਦਾ। ਤੇ ਪਰ ਗੁਰੂ ਦੀ ਸਿੱਖਿਆ ਤੋਂ ਬਿਨਾਂ ਪਾਤਸ਼ਾਹ ਜੀ ਆਖਦੇ ਨੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਮਨ ਕਰਕੇ ਸਦਾ ਹੀ ਦੁੱਖ ਸਹੇੜਦਾ ਹੈ। ਜਨਮ ਮਰਨ ਹੋ ਮੈਂ ਮਹਿ ਪਾਏ, ਇਹੋ ਮੈਂ ਸਭ ਜੀਵ ਭੁਲਾਏ। ਪਾਤਸ਼ਾਹ ਜੀ ਆਖਦੇ ਨੇ ਕਿ ਜਦੋਂ ਤੱਕ ਮਨੁੱਖ ਫਿਰ ਇਸੇ ਹੀ ਸੁਭਾਅ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਦਾ ਵੀ ਭਾਈ ਮੇਰਾ ਕਾਰੋਬਾਰ ਹੈ, ਮੇਰੇ ਕੋਲ ਗੱਡੀਆਂ ਨੇ, ਮੇਰੇ ਕੋਲ ਧਨ ਦੌਲਤ ਹੈ, ਪਾਤਸ਼ਾਹ ਜੀ ਆਖਦੇ ਨੇ ਕਿ ਜਦੋਂ ਤੱਕ ਮਨੁੱਖ ਦੇ ਜੀਵਨ ਦੇ ਵਿੱਚ ਇਹ ਹਉਮੈ ਰਹਿੰਦੀ ਹੈ ਨਾ, ਉਦੋਂ ਤੱਕ ਮਨੁੱਖ ਮਨ ਕਰਕੇ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਤੇ ਇਸੇ ਕਰਕੇ ਪਾਤਸ਼ਾਹ ਜੀ ਆਖਦੇ ਨੇ ਇਨ ਹਉਮੈ ਸਭ ਜੀਵ ਭੁਲਾਏ, ਕਿ ਇਸ ਹਉਮੈ ਨੇ ਸਾਰੇ ਜੀਵਾਂ ਨੂੰ ਭੁਲੇਖਿਆਂ ਦੇ ਵਿੱਚ ਪਾ ਕੇ ਰੱਖਿਆ ਹੋਇਆ। ਇਸ ਹਉਮੈ ਦੇ ਕਾਰਨ ਮਨੁੱਖ ਭਰਮ ਭੁਲੇਖਿਆਂ ਦੇ ਵਿੱਚ ਪੈ ਕੇ ਆਪਣਾ ਜੀਵਨ ਨਿਰਵਾਹ ਕਰਦਾ, ਇੱਥੋਂ ਤੱਕ ਕਿ ਮਨੁੱਖ ਨੂੰ ਆਪਣੀ ਮੌਤ ਵੀ ਭੁੱਲ ਜਾਂਦੀ। ਉਹ ਚੇਤੇ ਹੀ ਨਹੀਂ ਰੱਖਦਾ ਵੀ ਭਾਈ ਇਸ ਸੰਸਾਰ ਦੇ ਉੱਤੋਂ ਇੱਕ ਦਿਨ ਸਾਰਾ ਕੁਝ ਛੱਡ ਕੇ ਤੇ ਕੂਚ ਕਰ ਜਾਣਾ ਹੈ। ਜਾਂ ਤੇ ਇਸ ਕੋ ਦੀਜੈ ਤਿਆਗੀ, ਸਤਨਾਮ ਜਪ ਹੋਵੇ ਅਨਰਾਗੀ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਹੇ ਭਾਈ, ਇਸੇ ਕਰਕੇ ਹਉਮੈ ਦਾ ਤਿਆਗ ਕਰ ਦੇਣਾ ਚਾਹੀਦਾ। ਤੇ ਇਸ ਹਉਮੈ ਦਾ ਤਿਆਗ ਕਰਕੇ ਸਤਨਾਮ ਜਪ ਹੋਵੇ ਅਨਰਾਗੀ, ਤੇ ਪ੍ਰੇਮੀ ਹੋ ਕੇ ਮਨ ਦੇ ਵਿੱਚ ਸ਼ਰਧਾ ਧਾਰਨ ਕਰਕੇ, ਮਨ ਦੇ ਵਿੱਚ ਪ੍ਰੇਮ ਭਾਵਨਾ ਨੂੰ ਧਾਰਨ ਕਰਕੇ ਸਤਨਾਮ ਦਾ ਜਾਪ ਕਰਨਾ ਚਾਹੀਦਾ, ਸੱਚੇ ਨਾਮ ਦਾ ਜਾਪ ਕਰਨਾ ਚਾਹੀਦਾ। ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਹਮੇਸ਼ਾ ਹੀ ਬੰਦਗੀ ਕਰਨੀ ਚਾਹੀਦੀ ਹੈ। ਮਾਨੋ ਪ੍ਰਭ ਕਾ ਭਾਣਾ ਮੀਠਾ, ਜਾਨੋ ਸਦਾ ਆਪਣੋ ਈਠਾ। ਤੇ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ, ਉਸ ਦੇ ਭਾਣੇ ਨੂੰ ਸਦਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਤੇ ਹੁਣ ਜਦੋਂ ਅਸੀਂ ਭਾਣਾ ਮਿੱਠਾ ਮੰਨਣ ਦੀ ਗੱਲ ਕਰਦੇ ਆ ਨਾ, ਤੇ ਆਮ ਤੌਰ ਦੇ ਉੱਤੇ ਕੀ ਹੁੰਦਾ ਵੀ ਜਦੋਂ ਕੋਈ ਸਾਡੇ ਜੀਵਨ ਦੇ ਵਿੱਚ ਕੋਈ ਦੁਰਘਟਨਾ ਘਟ ਜਾਂਦੀ ਨਾ, ਕੋਈ ਇਹੋ ਜਿਹਾ ਹਾਦਸਾ ਵਾਪਰ ਜਾਂਦਾ, ਤਾਂ ਅਸੀਂ ਕਹਿ ਦਿੰਦੇ ਵੀ ਭਾਈ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਭਾਣਾ ਹੈ ਤੇ ਮਿੱਠਾ ਕਰਕੇ ਮੰਨਣਾ ਪਵੇਗਾ। ਪਰ ਮਾਫ ਕਰਨਾ, ਗੁਰੂ ਨੇ ਸਾਨੂੰ ਕੇਵਲ ਤੇ ਕੇਵਲ ਔਖੇ ਸਮੇਂ ਹੀ ਭਾਣਾ ਮਿੱਠਾ ਕਰਕੇ ਮੰਨਣ ਦੀ ਸਲਾਹ ਨਹੀਂ ਦਿੱਤੀ। ਇਹ ਭਲਿਆ ਸਿੱਖਾ, ਜੇਕਰ ਤੇਰੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਬਤੀਤ ਹੋ ਰਿਹਾ, ਚੰਗੇ ਤਰੀਕੇ ਦੇ ਨਾਲ ਤੂੰ ਜੀਵਨ ਬਤੀਤ ਕਰ ਰਿਹਾ, ਤੇਰੇ ਕੋਲ ਹਰ ਤਰ੍ਹਾਂ ਦੀ ਸ਼ੈ ਹੈ, ਹਰ ਤਰ੍ਹਾਂ ਦੇ ਸੁੱਖ ਭੋਗ ਰਿਹਾ, ਉਹ ਵੀ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਕਰ ਵੀ ਗੁਰੂ ਦਾ ਦਿੱਤਾ ਹੋਇਆ ਸਾਰਾ ਕੁਝ ਹੈ, ਉਹ ਦਾਤਾਰ ਪ੍ਰਭੂ ਨੇ ਮੇਰੀ ਝੋਲੀ ਦਾਤਾਂ ਦੇ ਨਾਲ ਭਰੀ ਹੋਈ, ਇਹ ਭਾਣਾ ਵੀ ਉਸ ਦਾ ਮਿੱਠਾ ਕਰਕੇ ਮੰਨਿਆ ਕਰ। ਕੇਵਲ ਦੁੱਖਾਂ ਦੇ ਵੇਲੇ ਨਾ ਆਖਿਆ ਕਰ ਵੀ ਤੇਰਾ ਭਾਣਾ ਮਿੱਠਾ ਲੱਗੇ, ਸੁੱਖ ਦੇ ਵੇਲੇ ਵੀ ਉਹਦਾ ਭਾਣਾ ਮਿੱਠਾ ਕਰਕੇ ਜਾਣਿਆ ਕਰੀਏ। ਪਰ ਅਸੀਂ ਸੁੱਖ ਦੇ ਵੇਲੇ ਪਰਮਾਤਮਾ ਨੂੰ ਯਾਦ ਹੀ ਕਿੱਥੇ ਰੱਖਦੇ ਹਾਂ। ਸੁੱਖਾਂ ਦੇ ਵੇਲੇ ਤਾਂ ਅਸੀਂ ਉਸ ਨੂੰ ਸਗੋਂ ਭੁੱਲ ਜਾਂਦੇ ਵੀ ਭਾਈ ਮੇਰੇ ਵਰਗਾ ਤਾਂ ਦੁਨੀਆ ਦੇ ਉੱਤੇ ਹੋਰ ਕੋਈ ਹੈ ਹੀ ਨਹੀਂ। ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਦੇ ਪੱਖ ਦੇ ਤੋਂ ਸਮਝਾਉਣਾ ਕੀਤਾ ਵੀ ਭਲਿਆ ਮਨੁੱਖਾ, ਤੇਰੇ ਸੁੱਖ ਵੀ ਤਾਂ ਹੀ ਪ੍ਰਵਾਨ ਨੇ, ਤੇਰੇ ਸੁੱਖ ਹੀ ਤਾਂ ਹੀ ਸੁੱਖ ਹੋਣਗੇ ਜੇਕਰ ਤੂੰ ਇਹਨਾਂ ਸੁੱਖਾਂ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਦਾ ਰਹੇ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਨੇ ਅਕਾਲ ਪੁਰਖ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ, ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੂੰ ਹੀ ਸਦਾ ਆਪਣਾ ਮਿੱਤਰ ਸਮਝੋ। ਜੋ ਕਿਛ ਕਰੇ ਪਲੋਹਿਤ ਸੋਈ, ਦੋਸ਼ ਆਰੋਪੋ ਤੇ ਨਹਿ ਕੋਈ। ਕਹਿੰਦੇ ਜੋ ਕੁਝ ਵੀ ਪ੍ਰਭੂ ਕਰਦਾ ਹੈ ਨਾ, ਉਹ ਆਪਣੇ ਬੱਚਿਆਂ ਦੇ ਭਲੇ ਕਰਕੇ ਹੀ ਕਰਦਾ ਹੈ। ਉਸ ਨੂੰ ਭਲਾ ਕਰਕੇ ਜਾਣੋ ਜੋ ਕੁਝ ਵੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਕਰਦਾ ਹੈ। ਤੇ ਇਸੇ ਕਰਕੇ ਕਹਿੰਦੇ ਜਦੋਂ ਕਿਤੇ ਜ਼ਿੰਦਗੀ ਦੇ ਵਿੱਚ ਕਿਤੇ ਮਾੜਾ ਸਮਾਂ ਵੀ ਆ ਜਾਵੇ ਨਾ, ਉਸ ਪ੍ਰਭੂ ਨੂੰ ਦੋਸ਼ ਨਾ ਦਿਆ ਕਰੋ, ਸਗੋਂ ਉਸ ਦੇ ਅੱਗੇ ਬੇਨਤੀ ਕਰਿਆ ਕਰੋ
हे अकाल पुरख प्रभु परमात्मा जी, जेकर साडी झोली दे विच ये दुख दी दात पाई ना, साडी जिंदगी दे विच जेकर दुख आया, साडे ते किरपा करियो, साडे ते तरस करियो, असीं इस दुखां दे समय दे विच डोलीए ना, सगों अपना नाम दा आसरा दे के सानू इस दुख दे विचों भी बचा लियो। होमै तजन नाम लिव लावण, पाणा मनन पंथ ਇਹ ਪਾਵਨ। ਤੇ ਪਾਤਸ਼ਾਹ ਜੀ ਆਖਦੇ ਨੇ ਵੀ ਭਾਈ ਹਉਮੈ ਦਾ ਤਿਆਗ ਕਰਕੇ ਨਾਮ ਦੇ ਨਾਲ ਲਿਵ ਲਾਓ, ਤੇ ਭਾਣਾ ਮੰਨਣਾ ਕਹਿੰਦੇ ਸਭ ਤੋਂ ਪਵਿੱਤਰ ਰਾਹ ਹੈ। ਹੁਕਮ ਦੇ ਵਿੱਚ ਚੱਲਣਾ ਸਭ ਤੋਂ ਪਵਿੱਤਰ ਰਾਹ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਨਿਰਮਲ ਪੰਥ ਚਲਾਇਆ, ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਦੀ ਜੇਕਰ ਗੱਲ ਕਰੀਏ ਤਾਂ ਪਾਤਸ਼ਾਹ ਜੀ ਨੇ ਬਾਣੀ ਦੀ ਆਰੰਭਤਾ ਹੀ ਹੁਕਮ ਦੇ ਤੋਂ ਹੀ ਕੀਤੀ ਹੈ ਵੀ ਭਾਈ ਜੇਕਰ ਮਨੁੱਖ ਹੁਕਮ ਦੇ ਵਿੱਚ ਚੱਲਦਾ ਹੈ ਨਾ, ਹੁਕਮ ਦੇ ਵਿੱਚ ਚੱਲ ਕੇ ਆਪਣੇ ਜੀਵਨ ਦੇ ਵਿੱਚੋਂ ਝੂਠ ਦੀ ਕੰਧ ਨੂੰ ਢਾਹ ਦੇਵੇ, ਪਰਮਾਤਮਾ ਦੀ ਬੰਦਗੀ ਕਰੇ, ਪਰਮਾਤਮਾ ਦਾ ਸਿਮਰਨ ਕਰੇ, ਤੇ ਉਹ ਮਨੁੱਖ ਆਪਣੇ ਜੀਵਨ ਦੇ ਵਿੱਚ ਸੱਚਿਆਰਾਪਣ ਕਾਇਮ ਕਰ ਸਕਦਾ। ਉਹੀ ਮਨੁੱਖ ਦਾ ਜੀਵਨ, ਉਹੀ ਮਨੁੱਖ ਦਾ ਕਿਰਦਾਰ ਉੱਚਾ ਤੇ ਸੁੱਚਾ ਹੋ ਜਾਂਦਾ ਹੈ। ਕਰੋ ਤੀਨ ਕੋ ਤਿੜ ਅਭਿਆਸਾ, ਸ਼ਾਂਤ ਪਾਏ ਮਨ ਹੋਵੇ ਸੁਖ ਦਾਸਾ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਹਉਮੈ ਨੂੰ ਛੱਡ ਕੇ ਨਾਮ ਨੂੰ ਧਾਰਨ ਕਰਨਾ ਤੇ ਪਰਮਾਤਮਾ ਦਾ ਭਾਣਾ ਮੰਨਣਾ, ਇਹ ਤਿੰਨੇ ਚੀਜ਼ਾਂ ਕਹਿੰਦੇ ਦ੍ਰਿੜ ਅਭਿਆਸ ਕਰਨਾ ਚਾਹੀਦਾ ਇਹਨਾਂ ਦਾ। ਇਹ ਤਿੰਨੇ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਪੱਕੀਆਂ ਕਰਨੀਆਂ ਚਾਹੀਦੀਆਂ ਨੇ। ਤੇ ਇਸੇ ਤਰ੍ਹਾਂ ਕਹਿੰਦੇ ਮਨੁੱਖ ਨੂੰ ਫਿਰ ਮਨ ਦੀ ਸ਼ਾਂਤੀ ਪ੍ਰਾਪਤ ਹੋ ਜਾਂਦੀ। ਜਦੋਂ ਫਿਰ ਮਨ ਦੀ ਸ਼ਾਂਤੀ ਪ੍ਰਾਪਤ ਹੋ ਗਈ, ਮਨ ਦਾ ਟਿਕਾ ਆ ਗਿਆ, ਤੇ ਫਿਰ ਉਸ ਮਨੁੱਖ ਦੇ ਜੀਵਨ ਦੇ ਵਿੱਚ ਸੁੱਖਾਂ ਦੇ ਭੰਡਾਰੇ ਭਰ ਜਾਣਗੇ। ਨਹੀਂ ਮੁਕਤ ਮੈਂ ਸੰਸਾਰ ਕੋ, ਜਗਤ ਕੋ ਬੰਧਨ ਕੋ ਸਭ ਖੋ। ਜਦੋਂ ਮਨੁੱਖ ਅਭਿਆਸ ਕਰਨ ਲੱਗ ਪਿਆ, ਆਪਣੇ ਜੀਵਨ ਦੇ ਵਿੱਚੋਂ ਹੰਕਾਰ ਨੂੰ ਤਿਆਗ ਦਿੱਤਾ, ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਤੇ ਪਾਤਸ਼ਾਹ ਜੀ ਆਖਦੇ ਨੇ ਕਿ ਫਿਰ ਮਨੁੱਖ ਕਿਸੇ ਵੀ ਮਾਇਕ ਪਦਾਰਥਾਂ ਦੇ ਬੰਧਨਾਂ ਦੇ ਵਿੱਚ ਜਕੜੇ ਨਹੀਂ ਰਹਿ ਸਕਦਾ। ਉਹਦੀ ਫਿਰ ਆਪਣੇ ਆਪ ਮੁਕਤੀ ਹੋ ਜਾਵੇਗੀ। ਜਦੋਂ ਭਾਈ ਮਨਸੁਖ ਜੀ ਚੱਲ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਵੀ ਅਸੀਂ ਵਿਚਾਰ ਸਾਂਝੇ ਕੀਤੇ ਸੀ ਵੀ ਭਾਈ ਮਨਸੁਖ ਜੀ ਨਿਮਰਤਾ ਭਾਵਨਾ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਏ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਹੀ ਮਨ ਦਾ ਟਿਕਾਅ ਪ੍ਰਾਪਤ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਹੀ ਉਹਨਾਂ ਨੂੰ ਸੁੱਖ ਪ੍ਰਾਪਤ ਹੋ ਗਿਆ। ਆਪਣੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਧਾਰਨ ਕਰਕੇ ਆਈਏ, ਤੇ ਜੇਕਰ ਅਸੀਂ ਗੁਰੂ ਦੀ ਬਾਣੀ ਦਾ ਜਾਪ ਨਹੀਂ ਵੀ ਕੀਤਾ ਹੋਵੇ ਨਾ, ਗੁਰੂ ਦੇ ਸਾਨੂੰ ਦਰਸ਼ਨ ਹੋ ਜਾਣ, ਤਾਂ ਸੱਚ ਕਰਕੇ ਜਾਣਨਾ ਗੁਰੂ ਦੇ ਦਰਸ਼ਨ ਕੀਤਿਆਂ ਹੀ ਸਾਡੇ ਦੁੱਖਾਂ ਦਾ ਨਾਸ਼ ਹੋ ਜਾਂਦਾ। ਗੁਰੂ ਦੇ ਦਰਸ਼ਨ ਕੀਤਿਆਂ ਹੀ ਸਾਡੇ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ। ਤੇ ਇਸੇ ਕਰਕੇ ਹੁਣ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਵੀ ਹੇ ਪ੍ਰਾਣੀ, ਆਪਣੇ ਜੀਵਨ ਦੇ ਵਿੱਚ ਹਉਮੈ ਨੂੰ ਤਿਆਗ ਕੇ ਨਾਮ ਦਾ ਅਭਿਆਸ ਕਰਿਆ ਕਰ, ਤੇ ਨਾਲ ਹੀ ਨਾਲ ਪਰਮਾਤਮਾ ਦਾ ਭਾਣਾ ਮੰਨਣਾ ਸਿੱਖ ਲੈ। ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਆਪਣੇ ਆਪ ਹੀ ਆ ਜਾਣਗੇ। ਤੂੰ ਮਾਇਕ ਪਦਾਰਥਾਂ ਦੇ ਬੰਧਨਾਂ ਤੋਂ ਫਿਰ ਆਜ਼ਾਦ ਹੋ ਜਾਵੇਗਾ। ਅਸ ਸੁਣ ਮਨ ਸੁਖ ਪਾਇਆ, ਸ੍ਰੀ ਗੁਰੂ ਭਾਖਣ ਹਿਰਦੈ ਵਸਾਇਆ। ਤੇ ਜਦੋਂ ਪਾਤਸ਼ਾਹ ਜੀ ਨੇ ਹੁਣ ਇਹ ਵਚਨ ਸੁਣੇ ਤਾਂ ਭਾਈ ਮਨਸੁਖ ਜੀ ਨੇ ਸੁੱਖ ਪ੍ਰਾਪਤ ਕੀਤਾ। ਭਾਈ ਮਨਸੁਖ ਜੀ ਨੂੰ ਮਨ ਦਾ ਟਿਕਾਅ ਮਿਲਿਆ। ਭਾਈ ਮਨਸੁਖ ਜੀ ਦਾ ਮਨ ਖੇੜੇ ਦੇ ਵਿੱਚ ਆ ਗਿਆ, ਮਨ ਦੇ ਵਿੱਚ ਆਨੰਦ ਪੈਦਾ ਹੋ ਗਿਆ, ਚੜ੍ਹਦੀ ਕਲਾ ਹੋ ਗਈ। ਤੇ ਫਿਰ ਭਾਈ ਮਨਸੁਖ ਜੀ ਨੇ ਇਹਨਾਂ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਪੱਕਾ ਕੀਤਾ ਹੈ। ਕੇਤਕ ਦਿਨ ਰਹਿ ਪੁਰ ਸੁਲਤਾਨਾ, ਕਿਰਪਾ ਪਾਏ ਅਗਿਆਨ ਨਿਸ਼ਾਨਾ। ਤੇ ਇਸੇ ਤਰ੍ਹਾਂ ਕਈ ਦਿਨ ਭਾਈ ਮਨਸੁਖ ਜੀ ਕਹਿੰਦੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹਿ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਭਾਈ ਮਨਸੁਖ ਜੀ ਦੀ ਅਗਿਆਨਤਾ ਦੂਰ ਹੋ ਗਈ। ਸ਼ਬਦ ਲਿਖੇ ਸ੍ਰੀ ਮੁਖ ਜੇ ਪਾਖੇ, ਪੜੇ ਵਿਚਾਰੇ ਹੁਰੇਤ ਰਾਖੇ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਜਿਹੜੇ ਜਿਹੜੇ ਬਚਨ ਉਚਾਰਨ ਕੀਤੇ ਸੀ, ਜਿਹੜੇ ਜਿਹੜੇ ਸ਼ਬਦ ਉਚਾਰਨ ਕੀਤੇ ਸਨ, ਭਾਈ ਮਨਸੁਖ ਜੀ ਨੇ ਉਹਨਾਂ ਬਚਨਾਂ ਨੂੰ, ਉਹਨਾਂ ਸ਼ਬਦਾਂ ਨੂੰ ਫਿਰ ਇੱਕ ਕਾਗਜ਼ ਦੇ ਉੱਤੇ ਲਿਖ ਲਿਆ। ਸ਼ਬਦਾਂ ਨੂੰ ਫਿਰ ਆਪਣੇ ਕੋਲ ਸੰਭਾਲ ਲਿਆ। ਤੇ ਇਸੇ ਤਰ੍ਹਾਂ ਕਹਿੰਦੇ ਉਹ ਰੋਜ਼ਾਨਾ ਸ਼ਬਦ ਪੜ੍ਹ ਕੇ ਉਹਨਾਂ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰ ਨੂੰ ਫਿਰ ਚੇਤੇ ਕਰਦੇ ਨੇ, ਤੇ ਰੋਜ਼ਾਨਾ ਪੜ੍ਹਦੇ ਨੇ।
ਤੇ ਇਸੇ ਤਰ੍ਹਾਂ ਉਹ ਫਿਰ ਹਮੇਸ਼ਾ ਦੇ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਪਰਮਾਤਮਾ ਦੇ ਨਾਲ ਮਿਲਾਪ ਵਾਲਾ ਸੁੱਖ ਜਿਹੜਾ ਸੀ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਚੌਪਈ ਰਹਿਤ ਸੀਖ ਲੀਨੀ ਸੁਖਦਾਨੀ, ਸ੍ਰੀ ਗੁਰੂ ਚਰਨ ਉਪਾਸਨ ਠਾਨੀ। ਤੇ ਸੁੱਖਾਂ ਦੀਆਂ ਦਾਤਾਂ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਹੁਣ ਭਾਈ ਮਨਸੁਖ ਜੀ ਨੇ ਸਿੱਖੀ ਦੀ ਰਹਿਤ ਕਮਾਈ। ਸਿੱਖੀ ਦੀ ਰਹਿਤ ਮਰਿਆਦਾ ਜਿਹੜੀ ਸੀ ਉਹ ਸਿੱਖ ਲਈ ਵੀ ਭਾਈ ਅਸਲ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਕੀ ਹੈ। ਭਾਣਾ ਮੰਨਣਾ, ਹੁਕਮ ਦੇ ਵਿੱਚ ਚੱਲ ਕੇ ਪਰਮਾਤਮਾ ਦਾ ਸਿਮਰਨ ਕਰਨਾ, ਆਪਣੇ ਜੀਵਨ ਦੇ ਵਿੱਚ ਹਉਮੈ ਦਾ ਤਿਆਗ ਕਰਨਾ। ਇਹ ਬਸ ਇਹ ਤਿੰਨੇ ਗੱਲਾਂ ਭਾਈ ਮਨਸੁਖ ਜੀ ਨੇ ਆਪਣੇ ਜੀਵਨ ਦੇ ਅੰਦਰ ਪੱਕੀਆਂ ਕੀਤੀਆਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੁਣ ਸੇਵਾ ਕਰਦੇ ਹਨ। ਦਿੜ ਸ਼ਰਧਾ ਵੀ ਏ ਕਰਤਾਰਾ, ਪਰਮੇਸ਼ਵਰ ਅਪਵਰਗ ਉਦਾਰਾ। ਤੇ ਫਿਰ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਵਧੀ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਰਮੇਸ਼ਵਰ ਦਾ ਸਰੂਪ ਕਰਕੇ ਜਾਣਿਆ ਹੈ। ਨਿਤ ਪ੍ਰਤੀ ਪੂਜੈ ਕਸ ਚੰਦਨ, ਪੁਸ਼ਪ ਚੜਾਏ ਕਰੇ ਪਦ ਬੰਦਨ। ਤੇ ਰੋਜ਼ਾਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਉਪਦੇਸ਼ ਸਰਵਣ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੇ ਹਨ। ਬਹੁਰ ਗਿਓ ਲਵਪੁਰ ਕੇ ਮਾਹੀ, ਧਿਆਨ ਤਰੇ ਪੂਜੇ ਵਿਦਵਾਹੀ। ਤੇ ਕਹਿੰਦੇ ਫਿਰ ਵਾਪਸ ਲਾਹੌਰ ਦੀ ਧਰਤੀ ਦੇ ਉੱਤੇ ਭਾਈ ਮਨਸੁਖ ਜੀ ਪਹੁੰਚ ਜਾਂਦੇ ਨੇ ਤੇ ਇਸ ਲਾਹੌਰ ਦੀ ਧਰਤੀ ਦੇ ਉੱਤੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿੱਖਿਆ ਨੂੰ ਸਦਾ ਹੀ ਚੇਤੇ ਦੇ ਵਿੱਚ ਰੱਖਦੇ ਨੇ ਤੇ ਇਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਆਰਾਧਨਾ ਕਰਦੇ ਹਨ। ਕਬ ਕਬ ਆਵਹਿ ਦਰਸ਼ਨ ਹੇਤੂ, ਅਵਲੋਕੇ ਬੇਤੀ ਕੁਲ ਕੇਤੂ। ਕਹਿੰਦੇ ਕਦੀ ਕਦੀ ਲਾਹੌਰ ਦੀ ਧਰਤੀ ਦੇ ਉੱਤੋਂ ਚੱਲ ਕੇ ਸੁਲਤਾਨਪੁਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੇ ਨੇ ਤੇ ਫਿਰ ਗੁਰੂ ਸਾਹਿਬ ਜੀ ਨੂੰ ਆ ਕੇ ਮਿਲਦੇ ਹਨ। ਰਹੇ ਮਾਸ ਲੋ ਭੋਰ ਸਿਧਾਰੇ, ਲਵਪੁਰ ਮੈਂ ਨਿਜ ਬਣਜ ਸੰਭਾਰੇ। ਕਹਿੰਦੇ ਜਦੋਂ ਫਿਰ ਲਾਹੌਰ ਤੋਂ ਚੱਲ ਕੇ ਸੁਲਤਾਨਪੁਰ ਆਉਂਦੇ ਨੇ ਨਾ, ਇੱਕ ਇੱਕ ਮਹੀਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ ਤੇ ਫਿਰ ਵਾਪਸ ਲਾਹੌਰ ਦੀ ਧਰਤੀ ਦੇ ਉੱਤੇ ਜਾ ਕੇ ਆਪਣਾ ਵਣਜ ਵਪਾਰ ਸੰਭਾਲਦੇ ਨੇ, ਆਪਣਾ ਕੰਮ ਕਾਜ ਸੰਭਾਲਦੇ ਨੇ। ਇੱਥੋਂ ਤੱਕ ਦੀਆਂ ਵਿਚਾਰਾਂ ਅੱਜ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਅੱਜ ਦੇ ਇਹਨਾਂ ਦੀਵਾਨਾਂ ਦੇ ਵਿੱਚ ਅਧਿਆਇ 27ਵੇਂ ਦੀ ਸਮਾਪਤੀ ਹੈ। ਅਗਲੇਰੇ ਦੀਵਾਨਾਂ ਦੇ ਵਿੱਚ ਅਸੀਂ 28ਵੇਂ ਅਧਿਆਇ ਦੀ ਆਰੰਭਤਾ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆਂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ